2 ਸਤੰਬਰ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 2 ਸਤੰਬਰ ਦੇ ਇਤਿਹਾਸ ਬਾਰੇ। 2 ਸਤੰਬਰ 1994 ਨੂੰ ਹਰੀਤਾ ਕੌਰ ਦਿਓਲ ਨੇ ਪਹਿਲੀ ਵਾਰ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਵਜੋਂ ਉਡਾਨ ਭਰੀ ਸੀ। ਹਰੀਤਾ ਦਿਓਲ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਸੀ। ਉਹਨਾਂ ਦਾ ਜਨਮ ਪੰਜਾਬ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਹ ਬਚਪਨ ਤੋਂ ਹੀ ਸਾਹਸੀ ਅਤੇ ਅਭਿਲਾਸ਼ੀ ਸੀ ਅਤੇ ਜਹਾਜ਼ਾਂ ਦੀ ਉਡਾਨ ਉਹਨਾਂ ਦਾ ਸੁਪਨਾ ਸੀ। ਭਾਰਤੀ ਹਵਾਈ ਸੈਨਾ ਸ਼ਾਮਿਲ ਹੋਣ ਤੋਂ ਬਾਅਦ ਹਰੀਤਾ ਨੇ ਪਾਇਲਟ ਬਣਨ ਲਈ ਸਖਤ ਸਿਖਲਾਈ ਲਈ। ਉਹਨਾਂ ਨੇ ਆਪਣੀ ਸਿਖਲਾਈ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਪਰ ਉਹਨਾਂ ਨੇ ਆਪਣੀ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ, ਜਿਸ ਤੋਂ ਬਾਅਦ 2 ਸਤੰਬਰ 1994 ਨੂੰ ਹਰੀਤਾ ਕੌਰ ਨੇ ਭਾਰਤੀ ਹਵਾਈ ਸੈਨਾ ਦਾ ਐਵਰੋ HS-748 ਜਹਾਜ਼ ਉਡਾ ਕੇ ਇਤਿਹਾਸ ਰਚ ਦਿੱਤਾ। ਇਸ ਸਮੇਂ ਉਹਨਾਂ ਦੀ ਉਮਰ ਸਿਰਫ 22 ਸਾਲ ਸੀ। ਇਹ ਉਡਾਨ ਉਹਨਾਂ ਲਈ ਅਤੇ ਭਾਰਤੀ ਹਵਾਈ ਸੈਨਾ ਲਈ ਮੀਲ ਦਾ ਪੱਥਰ ਸਾਬਤ ਹੋਈ। ਇਸ ਉਡਾਨ ਨਾਲ ਉਹ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ। ਪਰ 2 ਸਾਲ ਬਾਅਦ 25 ਦਸੰਬਰ 1996 ਨੂੰ ਆਂਧਰ ਪ੍ਰਦੇਸ਼ ਦੇ ਨੌਲੌਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਗਈ। 2 ਸਤੰਬਰ 1946 ਨੂੰ ਭਾਰਤ ਵਿੱਚ ਅੰਤਰਿਮ ਸਰਕਾਰ ਦੀ ਸਥਾਪਨਾ ਹੋਈ। ਇਸ ਦਾ ਮੁੱਖ ਮਕਸਦ ਦੇਸ਼ ਨੂੰ ਆਜ਼ਾਦੀ ਪ੍ਰਦਾਨ ਕਰਨ ਦੇ ਨਾਲ ਸੰਵਿਧਾਨ ਤਿਆਰ ਕਰਨਾ ਸੀ। ਦਰਅਸਲ ਭਾਰਤੀ ਬਦਲਾਅ ਬਸਤੀਵਾਦੀ ਰਾਜ ਅਧੀਨ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਭਾਰਤ ਵਿੱਚ ਆਜ਼ਾਦੀ ਦੀ ਮੰਗ ਜ਼ੋਰ ਫੜ ਗਈ ਅਤੇ ਬ੍ਰਿਟਿਸ਼ ਸਰਕਾਰ ਉੱਤੇ ਭਾਰਤ ਨੂੰ ਆਜ਼ਾਦੀ ਦੇਣ ਲਈ ਦਬਾਅ ਵਧਣਾ ਸ਼ੁਰੂ ਹੋ ਗਿਆ। ਇਸ ਲੜੀ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕਲੀਮੈਂਟ ਐਟਲੀ ਨੇ 1946 ਵਿੱਚ ਭਾਰਤ ਵਿੱਚ ਅੰਤਰਿਮ ਸਰਕਾਰ ਦੇ ਗਠਨ ਦਾ ਪ੍ਰਸਤਾਵ ਰੱਖਿਆ। 2 ਸਤੰਬਰ 1946 ਨੂੰ ਭਾਰਤ ਵਿੱਚ ਅੰਤਰਿਮ ਸਰਕਾਰ ਬਣੀ। ਇਸ ਸਰਕਾਰ ਨੇ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦੀ ਥਾਂ ਲੈ ਲਈ, ਜੋ ਬ੍ਰਿਟਿਸ਼ ਭਾਰਤ ਵਿੱਚ ਪਹਿਲਾਂ ਹੀ ਮੌਜੂਦ ਸੀ। ਇਸ ਸਰਕਾਰ ਦੇ ਮੁਖੀ ਪੰਡਿਤ ਜਵਾਹਰ ਲਾਲ ਨਹਿਰੂ ਸਨ, ਜੋ ਉਸ ਸਮੇਂ ਕਾਂਗਰਸ ਦੇ ਵੱਡੇ ਨੇਤਾ ਸਨ। ਇਸ ਸਰਕਾਰ ਨੇ 15 ਅਗਸਤ 1947 ਤੱਕ ਕਰੀਬ 1 ਸਾਲ ਕੰਮ ਕੀਤਾ, ਜਿਸ ਤੋਂ ਬਾਅਦ ਭਾਰਤ ਆਜ਼ਾਦ ਹੋਇਆ ਅਤੇ ਆਜ਼ਾਦ ਭਾਰਤ ਵਿੱਚ ਨਵੀਂ ਸਰਕਾਰ ਬਣੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। 2 ਸਤੰਬਰ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪਹਿਲੇ ਸਵਦੇਸ਼ੀ 에ਅਰਕ੍ਰਾਫਟ ਕੈਰੀਅਰ INS ਵਿਕਰਾਂਤ ਨੂੰ ਲਾਂਚ ਕੀਤਾ ਸੀ। ਇਹ ਦਿਨ ਭਾਰਤੀ ਜਲ ਸੈਨਾ ਅਤੇ ਦੇਸ਼ ਲਈ ਬਹੁਤ ਹੀ ਮਾਣ ਦਾ ਪਲ ਸੀ, ਕਿਉਂਕਿ ਇਹ 에ਅਰਕ੍ਰਾਫਟ ਕੈਰੀਅਰ ਪੂਰੀ ਤਰ੍ਹਾਂ ਭਾਰਤ ਵਿੱਚ ਤਿਆਰ ਕੀਤਾ ਗਿਆ ਸੀ। INS ਵਿਕਰਾਂਤ ਦਾ ਨਾਮ ਭਾਰਤੀ ਜਲ ਸੈਨਾ ਦੇ ਪਹਿਲੇ 에ਅਰਕ੍ਰਾਫਟ ਕੈਰੀਅਰ ਦੇ ਨਾਂ ਤੇ ਰੱਖਿਆ ਗਿਆ ਹੈ, ਜਿਸ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਇਹ ਨਵਾਂ INS ਵਿਕਰਾਂਤ ਅੱਜ ਤੱਕ ਦਾ ਭਾਰਤ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਨਤ 에ਅਰਕ੍ਰਾਫਟ ਕੈਰੀਅਰ ਹੈ। ਇਸ ਦਾ ਨਿਰਮਾਣ 2009 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ 2022 ਵਿੱਚ ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ ਗਿਆ ਸੀ। ਇਹ ਪੂਰੀ ਤਰ੍ਹਾਂ ਨਾਲ ਭਾਰਤੀ ਡਿਜ਼ਾਈਨ ਅਤੇ ਟੈਕਨੋਲੋਜੀ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ ਆਤਮਨਿਰਭਰ ਭਾਰਤ ਵੱਲ ਇੱਕ ਮਹੱਤਵਪੂਰਨ ਕਦਮ ਹੈ। INS ਵਿਕਰਾਂਤ ਦਾ ਭਾਰ ਲਗਭਗ 43,000 ਟਨ ਹੈ ਅਤੇ ਇਸ ਦੀ ਲੰਬਾਈ ਲਗਭਗ 262 ਮੀਟਰ ਅਤੇ ਚੌੜਾਈ 62 ਮੀਟਰ ਹੈ। ਇਹ ਜਹਾਜ਼ ਵੱਧ ਤੋਂ ਵੱਧ 52 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਫ਼ਰ ਕਰ ਸਕਦਾ ਹੈ ਅਤੇ ਬਿਨਾਂ ਰੁਕੇ 15,000 ਕਿਲੋਮੀਟਰ ਦੀ ਦੂਰੀ ਤੱਕ ਤੈਅ ਕਰ ਸਕਦਾ ਹੈ। INS ਵਿਕਰਾਂਤ ਦੀ ਵਰਤੋਂ ਸਮੁੰਦਰੀ ਸੁਰੱਖਿਆ, ਪਣਡੁੱਬੀ ਵਿਰੋਧੀ ਯੁੱਧ, ਹਵਾਈ ਵਿਰੋਧੀ ਯੁੱਧ ਅਤੇ ਮਾਨਵਤਾਵਾਦੀ ਸਹਾਇਤਾ ਵਰਗੀ ਗਤੀਵਿਧੀਆਂ ਸਮੇਤ ਕਈ ਤਰ੍ਹਾਂ ਦੇ ਜਲ ਸੈਨਾ ਕਾਰਜ ਕੀਤੇ ਜਾਂਦੇ ਹਨ। 2 ਸਤੰਬਰ 1999 ਨੂੰ ਬੁਲਾ ਚੌਧਰੀ ਨੇ ਦੂਜੀ ਵਾਰ ਇੰਗਲਿਸ਼ ਚੈਨਲ ਪਾਰ ਕਰਨ ਦਾ ਮਾਣ ਹਾਸਲ ਕੀਤਾ ਸੀ। ਬੁਲਾ ਚੌਧਰੀ ਦਾ ਜਨਮ 2 ਜਨਵਰੀ 1977 ਨੂੰ ਪੱਛਮੀ ਬੰਗਾਲ ਵਿੱਚ ਹੋਇਆ ਸੀ। ਉਹ 5 ਮਹਾਦੀਪਾਂ ਦੇ 7 ਸਮੁੰਦਰ ਤੈਰ ਚੁੱਕੀ ਹੈ। ਅਰਜੁਨ ਅਵਾਰਡੀ ਬੁਲਾ ਚੌਧਰੀ ਨੂੰ ਜਲ ਪਰੀ ਦਾ ਖਿਤਾਬ ਦਿੱਤਾ ਗਿਆ। ਉਹ 2 ਵਾਰ ਇੰਗਲਿਸ਼ ਚੈਨਲ ਨੂੰ ਪਾਰ ਕਰ ਚੁੱਕੀ ਹੈ ਅਤੇ ਅਜਿਹਾ ਕਰਨ ਵਾਲੀ ਏਸ਼ੀਆ ਦੀ ਪਹਿਲੀ ਮਹਿਲਾ ਹੈ। ਉਹਨਾਂ ਨੂੰ ਸਾਲ 2003 ਵਿੱਚ ਧਿਆਨ ਚੰਦ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਬੁਲਾ ਦਾ ਪੂਰਾ ਨਾਮ ਬੁਲਾ ਚੌਧਰੀ ਚੱਕਰਵਰਤੀ ਹੈ। ਇੰਗਲਿਸ਼ ਚੈਨਲ ਇੰਗਲੈਂਡ ਅਤੇ ਫਰਾਂਸ ਦੇ ਵਿਚਕਾਰ ਇੱਕ ਤੁੰਗ ਜਲਮਾਰਗ ਹੈ, ਜੋ ਉੱਤਰੀ ਸਾਗਰ ਅਤੇ ਅਟਲਾਂਟਿਕ ਮਹਾਸਾਗਰ ਦੇ ਵਿਚਕਾਰ ਸਥਿਤ ਹੈ। ਇਹ ਜਲਮਾਰਗ 34 ਕਿਲੋਮੀਟਰ ਚੌੜਾ ਹੈ ਅਤੇ ਇਸ ਨੂੰ ਤੈਰਾਕੀ ਨਾਲ ਪਾਰ ਕਰਨਾ ਬਹੁਤ ਹੀ ਚੁਣੌਤੀਪੂਰਨ ਕੰਮ ਮੰਨਿਆ ਜਾਂਦਾ ਹੈ। ਦੂਜਾ ਵਿਸ਼ਵ ਯੁੱਧ ਅਧਿਕਾਰਤ ਤੌਰ ਤੇ 2 ਸਤੰਬਰ 1945 ਨੂੰ ਖਤਮ ਹੋਇਆ ਸੀ। ਇਸ ਦਿਨ ਜਾਪਾਨ ਨੇ ਰਸਮੀ ਤੌਰ ਤੇ ਆਤਮ ਸਮਰਪਣ ਕੀਤਾ, ਜਿਸ ਨਾਲ ਦੂਜੇ ਵਿਸ਼ਵ ਯੁੱਧ ਦਾ ਅੰਤ ਹੋਇਆ। ਦੂਜਾ ਵਿਸ਼ਵ ਯੁੱਧ 1 ਸਤੰਬਰ 1939 ਨੂੰ ਜਰਮਨੀ ਤੇ ਪੋਲੈਂਡ ਦੇ ਹਮਲੇ ਨਾਲ ਸ਼ੁਰੂ ਹੋਇਆ ਸੀ। ਇਸ ਜੰਗ ਵਿੱਚ 2 ਵੱਡੇ ਧੜੇ ਸਨ, ਸਹਿਯੋਗੀ ਅਤੇ ਧੁਰੀ ਸ਼ਕਤੀਆਂ। ਅਮਰੀਕਾ, ਬ੍ਰਿਟੇਨ, ਸੋਵੀਅਤ ਸੰਘ, ਚੀਨ ਅਤੇ ਫਰਾਂਸ ਸਹਿਯੋਗੀ ਦੇਸ਼ਾਂ ਵਿੱਚ ਪ੍ਰਮੁੱਖ ਸਨ, ਜਦਕਿ ਜਰਮਨੀ, ਜਾਪਾਨ ਅਤੇ ਇਟਲੀ ਧੁਰੀ ਸ਼ਕਤੀਆਂ ਵਿੱਚੋਂ ਪ੍ਰਮੁੱਖ ਸਨ। ਦੱਸਿਆ ਜਾਂਦਾ ਹੈ ਕਿ ਜਿਸ ਜਰਮਨੀ ਨੇ 7 ਮਈ 1945 ਨੂੰ ਆਤਮ ਸਮਰਪਣ ਕੀਤਾ ਸੀ, ਉਸ ਦਿਨ ਯੂਰਪ ਵਿੱਚ ਵਿਕਟਰੀ ਇਨ ਯੂਰਪ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਰ ਏਸ਼ੀਆ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਖੇਤਰ ਵਿੱਚ ਯੁੱਧ ਜਾਰੀ ਰਿਹਾ, ਕਿਉਂਕਿ ਜਾਪਾਨ ਅਜੇ ਆਤਮ ਸਮਰਪਣ ਨਹੀਂ ਕੀਤਾ ਸੀ। ਜਾਪਾਨ ਤੇ ਆਤਮ ਸਮਰਪਣ ਕਰਨ ਦੇ ਦਬਾਅ ਬਣਾਉਣ ਲਈ ਅਮਰੀਕਾ ਨੇ ਅਗਸਤ 1945 ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਪਰਮਾਣੂ ਬੰਬ ਸੁੱਟੇ, ਜਿਸ ਨਾਲ ਜਾਪਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ। 15 ਅਗਸਤ 1945 ਨੂੰ ਜਾਪਾਨ ਨੇ ਬਿਨਾਂ ਸ਼ਰਤ ਸਮਰਪਣ ਦਾ ਐਲਾਨ ਕੀਤਾ ਅਤੇ 2 ਸਤੰਬਰ 1945 ਨੂੰ ਜਾਪਾਨ ਦੇ ਨੁਮਾਇੰਦਿਆਂ ਨੇ ਸਮਰਪਣ ਦੀ ਯੰਤਰਾਂ ਤੇ ਦਸਤਖਤ ਕੀਤੇ, ਰਸਮੀ ਤੌਰ ਤੇ ਦੂਜੇ ਵਿਸ਼ਵ ਯੁੱਧ ਨੂੰ ਖਤਮ ਕੀਤਾ।
2 ਸਤੰਬਰ 1969 ਨੂੰ ਦੁਨੀਆ ਦੀ ਪਹਿਲੀ ਆਟੋਮੈਟਿਕ ਟੈਲੀ ਮਸ਼ੀਨ ਯਾਨੀ ਕਿ ਏਟੀਐਮ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਪਹਿਲਾ ਏਟੀਐਮ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਕੈਮੀਕਲ ਬੈਂਕ ਦੁਆਰਾ ਲਗਾਇਆ ਗਿਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਲੋਕ ਬੈਂਕ ਸ਼ਾਖਾ ਤੋਂ ਬਿਨਾਂ ਵੀ ਪੈਸੇ ਕਢਾ ਸਕਦੇ ਸਨ। ਡੋਨਾਲਡ ਵੈਲਸਨ ਨੂੰ ਪਹਿਲਾ ਏਟੀਐਮ ਵਿਕਸਿਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਉਹ ਇੱਕ ਅਮਰੀਕੀ ਇੰਜੀਨੀਅਰ ਸਨ ਜਿਸ ਨੇ ਏਟੀਐਮ ਦਾ ਵਿਚਾਰ ਪੇਸ਼ ਕੀਤਾ ਸੀ। ਇਹ ਏਟੀਐਮ ਇੰਨਾ ਸਫਲ ਰਿਹਾ ਕਿ ਇਸ ਨੂੰ ਬਣਾਉਣ ਵਾਲੀ ਕੰਪਨੀ ਡਾਕਟਰਟੇਲ ਨੇ ਅਗਲੇ 5 ਸਾਲਾਂ ਵਿੱਚ ਏਟੀਐਮ ਬਾਜ਼ਾਰ ਦੇ 70% ਹਿੱਸੇ ਤੇ ਕਬਜ਼ਾ ਕਰ ਲਿਆ। ਸ਼ੁਰੂਆਤੀ ਏਟੀਐਮ ਮਸ਼ੀਨਾਂ ਸਿਰਫ ਪੈਸੇ ਕਢਵਾਉਣ ਦੀ ਇਜਾਜ਼ਤ ਦਿੰਦੀਆਂ ਸਨ। ਇਹ ਖਾਸ ਤੌਰ ਤੇ ਦਿਨ ਦੇ ਕਿਸੇ ਵੀ ਸਮੇਂ ਬੈਂਕਿੰਗ ਸੇਵਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਸਨ। ਸਮੇਂ ਦੇ ਨਾਲ ਏਟੀਐਮ ਮਸ਼ੀਨਾਂ ਨੇ ਹੋਰ ਸੇਵਾਵਾਂ ਜਿਵੇਂ ਕਿ ਪੈਸੇ ਜਮ੍ਹਾਂ ਕਰਨਾ, ਬਕਾਇਆ ਚੈੱਕ ਕਰਨਾ, ਬਿੱਲ ਦਾ ਭੁਗਤਾਨ ਕਰਨਾ ਆਦਿ ਦੀ ਸਹੂਲਤ ਸ਼ੁਰੂ ਕਰ ਦਿੱਤੀ। ਏਟੀਐਮ ਦੇ ਆਉਣ ਨਾਲ ਬੈਂਕਿੰਗ ਉਦਯੋਗ ਵਿੱਚ ਇੱਕ ਵੱਡਾ ਬਦਲਾਅ ਆਇਆ ਅਤੇ ਗਾਹਕਾਂ ਨੂੰ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ ਲਈ ਬੈਂਕ ਸ਼ਾਖਾ ਤੇ ਨਿਰਭਰ ਨਹੀਂ ਹੋਣਾ ਪੈਂਦਾ। ਇੱਕ ਅਜਿਹੀ ਤਕਨੀਕ ਬਣ ਗਈ ਜੋ ਦੁਨੀਆ ਭਰ ਵਿੱਚ ਤੇਜ਼ੀ ਨਾਲ ਮਸ਼ਹੂਰ ਹੋ ਗਈ ਅਤੇ ਅੱਜ ਵੀ ਏਟੀਐਮ ਮਸ਼ੀਨਾਂ ਨੂੰ ਬੈਂਕਿੰਗ ਸੇਵਾਵਾਂ ਲਈ ਇੱਕ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਹੈ।